ਸਵਰਗ ਜਾਣ ਦੇ ਦਿਨ ਦੀ ਆਸ਼ੀਸ਼ਿਤ ਦੁਪਹਿਰ ਦੀ ਆਰਾਧਨਾ ਆ ਗਈ ਹੈ। ਅਸੀਂ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਬਣੋ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਜਾ ਰਹੇ ਹਾਂ। ਅੱਜ ਉਹ ਦਿਨ ਹੈ ਜਦੋਂ 2000 ਸਾਲ ਪਹਿਲਾਂ ਯੀਸ਼ੂ ਸਵਰਗ ਵਿੱਚ ਗਏ ਸੀ। ਸਵਰਗ ਜਾਣ ਦੇ ਦਿਨ ਤੇ ਚੇਲਿਆਂ ਨੇ ਜੈਤੂਨ ਪਹਾੜ ਉੱਤੇ ਯੀਸ਼ੂ ਨੂੰ ਸਵਰਗ ਜਾਂਦੇ ਹੋਏ ਦੇਖਿਆ। ਯੀਸ਼ੂ ਨੇ ਆਪਣੇ ਸਵਰਗ ਜਾਣ ਤੋਂ ਪਹਿਲਾਂ ਇੱਕ ਆਖਰੀ ਬੇਨਤੀ ਇਸ ਧਰਤੀ ਉੱਤੇ ਛੱਡੀ। ਚੇਲਿਆਂ ਨੇ ਯੀਸ਼ੂ ਮਸੀਹ ਨੂੰ ਜੋ ਪਰਮੇਸ਼ਵਰ ਹਨ ਸਲੀਬ ਉੱਤੇ ਮਰਦੇ ਦੇਖਿਆ। ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਦੇ ਦੇਖਿਆ ਅਤੇ 40 ਦਿਨ ਬਾਅਦ ਉਹਨਾਂ ਨੂੰ ਸਵਰਗ ਜਾਂਦੇ ਹੋਏ ਦੇਖਿਆ। ਕਿਉਂਕਿ ਯੀਸ਼ੂ ਦੇ ਚੇਲਿਆਂ ਨੇ ਇਹਨਾਂ ਗੱਲਾਂ ਨੂੰ ਦੇਖਿਆ, ਇਸ ਲਈ ਯੀਸ਼ੂ ਨੇ ਉਹਨਾਂ ਲਈ ਆਪਣੀ ਅੰਤਿਮ ਬੇਨਤੀ ਛੱਡੀ। ਉਹਨਾਂ ਦੀ ਅੰਤਿਮ ਬੇਨਤੀ ਸੀ, ਮੇਰੇ ਗਵਾਹ ਬਣੋ ਜੋ ਇਸ ਧਰਤੀ ਉੱਤੇ ਮਨੁੱਖ ਜਾਤੀ ਦੀ ਮੁਕਤੀ ਲਈ ਕੀਤੇ ਗਏ ਮੇਰੇ ਹਰ ਕੰਮ ਬਾਰੇ ਗਵਾਹੀ ਦਿੰਦੇ ਹਨ। ਫਿਰ 2000 ਸਾਲ ਪਹਿਲਾਂ ਜਦੋਂ ਯੀਸ਼ੂ ਮਸੀਹ ਨੇ ਜੈਤੂਨ ਦੇ ਪਹਾੜ ਤੇ ਸਵਰਗ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਅੱਗੇ ਆਪਣੀ ਅੰਤਮ ਬੇਨਤੀ ਮੇਰੇ ਗਵਾਹ ਬਣੋ ਨੂੰ ਛੱਡਿਆ ਸੀ, ਕੀ ਇਹ ਸਿਰਫ ਰਸੂਲਾਂ ਦੇ ਯੁੱਗ ਦੇ ਲੋਕਾਂ ਲਈ ਸੀ? ਨਹੀਂ, ਇਸ ਤਰ੍ਹਾਂ ਨਹੀਂ ਸੀ। ਪਿਤਾ ਦੇ ਯੁੱਗ ਵਿੱਚ ਅਰਥਾਤ ਯਹੋਵਾ ਦੇ ਯੁੱਗ ਵਿੱਚ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਲੋਕਾਂ ਅੱਗੇ ਬੇਨਤੀ ਕੀਤੀ, ਯਹੋਵਾ ਦੇ ਗਵਾਹ ਬਣੋ। ਜਦੋਂ ਅਸੀਂ ਮਤੀ ਅਧਿਆਇ 28 ਵਿੱਚ ਲਿਖੀ ਭਵਿੱਖਬਾਣੀ ਉੱਤੇ ਨਜ਼ਰ ਪਾਉਂਦੇ ਹਾਂ, ਪਰਮੇਸ਼ਵਰ ਨੇ ਸਾਨੂੰ ਇਸ ਬਾਰੇ ਪਤਾ ਲੱਗਣ ਦਿੱਤਾ ਕਿ ਮਨੁੱਖ ਜਾਤੀ ਦੀ ਮੁਕਤੀ ਲਈ 3 ਅਲੱਗ-ਅਲੱਗ ਯੁੱਗ ਹਨ, ਪਿਤਾ ਦਾ ਯੁੱਗ, ਪੁੱਤਰ ਦਾ ਯੁੱਗ ਅਤੇ ਪਵਿੱਤਰ ਆਤਮਾ ਦਾ ਯੁੱਗ। ਪਿਤਾ ਦੇ ਯੁੱਗ ਵਿੱਚ ਯਹੋਵਾ ਪਰਮੇਸ਼ਵਰ ਨੇ ਕਿਹਾ, ਮੇਰੇ ਗਵਾਹ ਬਣੋ। ਪੁੱਤਰ ਦੇ ਯੁੱਗ ਵਿੱਚ ਪਰਮੇਸ਼ਵਰ ਨੇ ਕਿਹਾ, ਮੇਰੇ ਗਵਾਹ ਬਣੋ। ਇਸ ਅੰਤਮ ਯੁੱਗ ਵਿੱਚ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਨੇ ਇੱਕ ਵਾਰ ਫਿਰ ਕਿਹਾ, ਮੇਰੇ ਗਵਾਹ ਬਣੋ। ਹਰੇਕ ਯੁੱਗ ਵਿੱਚ ਪਰਮੇਸ਼ਵਰ ਇੱਕ ਅਲੱਗ ਨਾਮ ਨਾਲ ਪ੍ਰਗਟ ਹੋਏ। ਹਰੇਕ ਯੁੱਗ ਵਿੱਚ ਜਦੋਂ ਪਰਮੇਸ਼ਵਰ ਮੁਕਤੀਦਾਤਾ ਦੇ ਰੂਪ ਵਿੱਚ ਪ੍ਰਗਟ ਹੋਏ, ਤਦ ਉਹਨਾਂ ਨੇ ਆਪਣੇ ਲੋਕਾਂ ਨੂੰ ਉਸ ਯੁੱਗ ਵਿੱਚ ਮੁਕਤੀਦਾਤਾ ਦੇ ਨਾਮ ਦੇ ਗਵਾਹ ਬਣਨ ਲਈ ਕਿਹਾ। ਹਰੇਕ ਯੁੱਗ ਵਿੱਚ ਮੁਕਤੀਦਾਤਾ ਦੇ ਨਾਮ ਦੀ ਗਵਾਹੀ ਦੇਣਾ ਫਰਜ਼ ਅਤੇ ਜ਼ਿੰਮੇਵਾਰੀ ਹੈ, ਜਿਸ ਨੂੰ ਸਵਰਗੀ ਸੰਤਾਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਪਿਤਾ ਦੇ ਯੁੱਗ ਵਿੱਚ ਲੋਕ ਯਹੋਵਾ ਦੇ ਅਤੇ ਪੁੱਤਰ ਦੇ ਯੁੱਗ ਵਿੱਚ ਲੋਕ ਯੀਸ਼ੂ ਮਸੀਹ ਦੇ ਗਵਾਹ ਬਣੇ। ਇਸ ਅੰਤਿਮ ਯੁੱਗ ਪਵਿੱਤਰ ਆਤਮਾ ਦੇ ਯੁੱਗ ਵਿੱਚ ਇਹ ਭਵਿੱਖਬਾਣੀ ਹੈ ਕਿ ਪਰਮੇਸ਼ਵਰ ਮਨੁੱਖ ਜਾਤੀ ਨੂੰ ਬਚਾਉਣ ਲਈ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਉਣਗੇ। ਇਸ ਲਈ ਮੇਰਾ ਮੰਨਣਾ ਹੈ ਕਿ ਸਾਨੂੰ ਇਸ ਯੁੱਗ ਵਿੱਚ ਉਹਨਾਂ ਦੇ ਗਵਾਹ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੋ ਆਤਮਾ ਤੇ ਲਾੜੀ ਦੀ ਗਵਾਹੀ ਦਿੰਦੇ ਹਨ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 6 ਉੱਤੇ ਇੱਕ ਨਜ਼ਰ ਪਾਈਏ। ਸੋ ਜਾ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕੀ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਪਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੀ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਅਰ ਜਾਂ ਉਹ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। ਜੈਤੂਨ ਦੇ ਪਹਾੜ ਤੋਂ ਯੀਸ਼ੂ ਦੇ ਸਵਰਗ ਜਾਣ ਤੋਂ ਪਹਿਲਾਂ ਅੰਤਮ ਬੇਨਤੀ ਜੋ ਉਹਨਾਂ ਨੇ ਛੱਡੀ ਉਹ ਇਹ ਸੀ, ਮੇਰੇ ਗਵਾਹ ਬਣੋ। ਮੇਰੇ ਗਵਾਹ ਬਣੋ। ਪਰਮੇਸ਼ਵਰ ਦੀ ਇਹ ਬੇਨਤੀ ਸਿਰਫ ਯੀਸ਼ੂ ਦੇ ਸਮੇਂ ਪੁੱਤਰ ਦੇ ਯੁੱਗ ਵਿੱਚ ਹੀ ਨਹੀਂ ਕੀਤੀ ਗਈ, ਬਲਕਿ ਯਹੋਵਾ ਦੇ ਸਮੇਂ ਪਿਤਾ ਦੇ ਯੁੱਗ ਵਿੱਚ ਵੀ ਕੀਤੀ ਗਈ ਸੀ। ਹੁਣ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਇੱਕ ਨਵੇਂ ਨਾਮ ਨਾਲ ਆਏ ਹਨ। ਫਿਰ ਸਾਨੂੰ ਕਿਸ ਨਾਮ ਦੇ ਗਵਾਹ ਬਣਨਾ ਚਾਹੀਦਾ ਹੈ ਅਤੇ ਸਾਨੂੰ ਕਿਸ ਦੇ ਬਾਰੇ ਗਵਾਹੀ ਦੇਣੀ ਚਾਹੀਦੀ ਹੈ? ਕਿ ਸਾਨੂੰ ਨਵੇਂ ਨਾਮ ਮਸੀਹ ਅਨਸੰਗੂ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਜੋ ਆਤਮਾ ਅਤੇ ਲਾੜੀ ਹਨ, ਗਵਾਹੀ ਦੇਣ ਵਾਲੇ ਗਵਾਹਾਂ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ? ਆਓ ਅਸੀਂ ਯਸ਼ਾਇਆ ਅਧਿਆਇ 43 ਵਚਨ 10 ਦੇਖੀਏ। ਤੁਸੀਂ ਮੇਰੇ ਗਵਾਹ ਹੋ, ਯਹੋਵਾ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹਨੂੰ ਮੈਂ ਚੁਣਿਆ। ਭਈ ਤੁਸੀਂ ਜਾਣੋ ਅਤੇ ਮੇਰੀ ਪ੍ਰਤੀਤ ਕਰੋ ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ਵਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ ਹੀ ਯਹੋਵਾ ਹਾਂ ਅਤੇ ਮੈਨੂੰ ਛੱਡ ਕੋਈ ਮੁਕਤੀਦਾਤਾ ਨਹੀਂ। ਇਹ ਸੰਦੇਸ਼ ਪਿਤਾ ਦੇ ਯੁੱਗ ਵਿੱਚ ਲਿਖਿਆ ਗਿਆ ਸੀ ਜਦ ਨਬੀ ਯਸ਼ਾਇਆ ਪਵਿੱਤਰ ਆਤਮਾ ਨਾਲ ਪ੍ਰੇਰਿਤ ਹੋਇਆ ਸੀ। ਅਸੀਂ ਬਾਈਬਲ ਦੇ ਦੁਆਰਾ ਪੁਸ਼ਟੀ ਕਰ ਸਕਦੇ ਹਾਂ ਕਿ ਜੋ ਲੋਕ ਪਿਤਾ ਦੇ ਯੁੱਗ ਵਿੱਚ ਰਹਿੰਦੇ ਸੀ ਉਹਨਾਂ ਨੂੰ ਗਵਾਹ ਦੇ ਰੂਪ ਵਿੱਚ ਚੁਣਿਆ ਗਿਆ ਸੀ, ਜਿਨ੍ਹਾਂ ਨੇ ਯਹੋਵਾ ਪਰਮੇਸ਼ਵਰ ਦੇ ਬਾਰੇ ਵਿੱਚ ਸਾਖੀ ਦਿੱਤੀ ਸੀ। ਫਿਰ ਸਾਨੂੰ ਵੀ ਗਵਾਹਾਂ ਦੇ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ ਜੋ ਇਸ ਆਖਰੀ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਣ ਵਾਲੇ ਪਰਮੇਸ਼ਵਰ ਦੀ ਸਾਖੀ ਦਿੰਦੇ ਹਨ। ਪਵਿੱਤਰ ਆਤਮਾ ਦਾ ਯੁੱਗ ਤਦ ਸ਼ੁਰੂ ਹੋਇਆ ਜਦ 1948 ਵਿੱਚ
ਅੰਜੀਰ ਦੇ ਰੁੱਖ ਦੀਆਂ ਟਾਹਣੀਆਂ ਨਰਮ ਹੋਣ ਅਤੇ ਪੱਤੇ ਫੁੱਟਣ ਦੀ ਭਵਿੱਖਬਾਣੀ ਪੂਰੀ ਹੋਈ। ਫਿਰ ਇਸ ਯੁੱਗ ਵਿੱਚ ਗਵਾਹਾਂ ਦੇ ਰੂਪ ਵਿੱਚ ਸਾਨੂੰ ਕਿਸ ਦੇ ਨਾਮ ਦੀ ਸਾਖੀ ਦੇਣੀ ਚਾਹੀਦੀ ਹੈ? ਪਰਮੇਸ਼ਵਰ ਨੇ ਮਤੀ ਅਧਿਆਇ 28 ਵਚਨ 1 ਵਿੱਚ ਕੀ ਕਿਹਾ ਕਿ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਕੋਲ ਕੀ ਹੈ? ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਸਭਨਾਂ ਦੇ ਕੋਲ ਆਪਣਾ ਨਾਮ ਹੈ? ਕਿ ਇਸ ਦਾ ਮਤਲਬ ਇਹ ਹੈ ਕਿ ਉਹ ਤਿੰਨੋਂ ਵੱਖਰੇ ਵੱਖਰੇ ਆਦਮੀ ਹਨ? ਨਹੀਂ, ਉਹ ਇੱਕ ਹਨ, ਪਰ ਸਿਰਫ ਉਹਨਾਂ ਦੇ ਨਾਮ ਵੱਖਰੇ ਹਨ। ਪਰਮੇਸ਼ਵਰ ਦਾ ਨਾਮ ਪਿਤਾ ਦੇ ਯੁੱਗ ਵਿੱਚ ਯਹੋਵਾ ਸੀ ਅਤੇ ਪੁੱਤਰ ਦੇ ਯੁੱਗ ਵਿੱਚ ਯੀਸ਼ੂ ਸੀ। ਪ੍ਰਕਾਸ਼ ਦੀ ਪੋਥੀ 3 ਵਿੱਚ ਲਿਖਿਆ ਹੈ ਕਿ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦਾ ਨਾਮ ਨਵਾਂ ਨਾਮ ਹੈ ਨਾ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਦੇਖੀਏ। ਆਓ ਅਸੀਂ ਆਇਤ 12 ਪੜ੍ਹੀਏ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ, ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ। ਨਵੀਂ ਯਰੂਸ਼ਲਮ ਦੇ ਕੋਲ ਕੀ ਹੈ? ਬਾਈਬਲ ਕਹਿੰਦੀ ਹੈ ਕਿ ਨਵੀਂ ਯਰੂਸ਼ਲਮ ਦੇ ਕੋਲ ਪੱਕਾ ਹੀ ਇੱਕ ਨਾਮ ਹੈ। ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ ਅਤੇ ਕੀ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਜਦ ਪਿਤਾ ਪਰਮੇਸ਼ਵਰ ਨੂੰ ਇੱਕ ਪ੍ਰਤੀਨਿਧੀ ਵਿਅਕਤੀ ਦੇ ਰੂਪ ਵਿੱਚ ਸਮਝਾਇਆ ਜਾਂਦਾ ਹੈ ਤਦ ਸਾਨੂੰ ਸਿਰਫ ਆਪਣਾ ਨਵਾਂ ਨਾਮ ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜਿਸ ਦਾ ਅਰਥ ਹੈ ਯੀਸ਼ੂ ਮਸੀਹ ਦਾ ਨਵਾਂ ਨਾਮ। ਪਰ ਜਦ ਅਸੀਂ ਪ੍ਰਕਾਸ਼ ਦੀ ਪੋਥੀ 3 ਨੂੰ ਦੇਖਦੇ ਹਾਂ ਤਦ ਸਾਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਦੇ 2 ਨਾਮ ਹਨ, ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਵਾਂ ਨਾਮ। ਜਦ ਅਸੀਂ ਇਹਨਾਂ ਨਾਮਾਂ ਨੂੰ ਜਾਣਦੇ ਹਾਂ ਤਦ ਹੀ ਅਸੀਂ ਆਤਮਾ ਅਤੇ ਲਾੜੀ ਨਵੀਂ ਯਰੂਸ਼ਲਮ ਦੇ ਕੋਲ ਜਾ ਸਕਦੇ ਹਾਂ, ਜਦ ਉਹ ਸਾਨੂੰ ਆਪਣੇ ਕੋਲ ਆਉਣ ਦੇ ਲਈ ਬੁਲਾ ਰਹੇ ਹਨ, ਹੈ ਨਾ? ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਵਾਂ ਨਾਮ ਇੱਥੇ ਆਪਣਾ ਯੀਸ਼ੂ ਮਸੀਹ ਨੂੰ ਦਰਸਾਉਂਦਾ ਹੈ, ਕਿਉਂਕਿ ਯੀਸ਼ੂ ਨਾਮ ਤੋਂ ਬਿਨਾਂ ਯੀਸ਼ੂ ਦਾ ਇੱਕ ਨਵਾਂ ਨਾਮ ਹੈ। ਤਦ ਸਾਨੂੰ ਸਾਵਧਾਨੀ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਕਦੋਂ ਤੱਕ ਨਵੇਂ ਨਾਮ ਦੀ ਵਰਤੋਂ ਕੀਤੀ ਜਾਵੇਗੀ। ਪਿਤਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਨਾਮ ਦੇ ਰੂਪ ਵਿੱਚ ਪਹਿਲੇ ਤੋਂ ਹੀ ਯਹੋਵਾ ਨਾਮ ਦੀ ਵਰਤੋਂ ਕੀਤੀ ਗਈ ਸੀ। ਪੁੱਤਰ ਦੇ ਯੁੱਗ ਵਿੱਚ ਯੀਸ਼ੂ ਨਾਮ ਦੀ ਵਰਤੋਂ ਕੀਤੀ ਗਈ ਸੀ। ਜੇ ਪਰਮੇਸ਼ਵਰ ਇਸ ਧਰਤੀ ਤੇ ਨਹੀਂ ਆਉਂਦੇ ਅਤੇ ਪਵਿੱਤਰ ਆਤਮਾ ਦੇ ਨਾਮ ਦਾ ਐਲਾਨ ਨਹੀਂ ਕਰਦੇ ਤਦ ਕੋਈ ਵੀ ਮਨੁੱਖ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵੇਂ ਨਾਮ ਨੂੰ ਨਹੀਂ ਜਾਣ ਸਕਦਾ। ਇਸੇ ਕਾਰਨ ਲੋਕ ਪੋਥੀ ਦੇ ਅਰਥ ਨੂੰ ਖਰਾਬ ਕਰਦੇ ਹਨ। ਇਸ ਵਚਨ ਵਿੱਚ ਦੱਸਿਆ ਆਪਣਾ ਨਵਾਂ ਨਾਮ ਯੀਸ਼ੂ ਦੇ ਨਵੇਂ ਨਾਮ ਨੂੰ ਸੰਕੇਤ ਕਰਦਾ ਹੈ। ਆਪਣਾ ਨਵਾਂ ਨਾਮ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ਵਰ ਦੇ ਸਾਰੇ ਸੰਤਾਂ ਨੂੰ ਉਹਨਾਂ ਦੇ ਖੁਦ ਦੇ ਨਵੇਂ ਨਾਮ ਦਿੱਤੇ ਜਾਣਗੇ। ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ ਜਿਹਦੇ ਕੰਨ ਹਨ ਸੋ ਸੁਣੇ, ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਨਵੀਂ ਯਰੂਸ਼ਲਮ ਪਰਮੇਸ਼ਵਰ ਦਾ ਨਾਮ ਕੀ ਹੈ? ਸਾਨੂੰ ਉਹ ਵੀ ਜਾਣਨਾ ਚਾਹੀਦਾ ਹੈ। ਨਾਲ ਹੀ ਜਦ ਅਸੀਂ ਸਪਸ਼ਟ ਰੂਪ ਨਾਲ ਸਮਝਦੇ ਹਾਂ ਕਿ ਆਪਣਾ ਨਵਾਂ ਨਾਮ ਕੀ ਹੈ ਜੋ ਯੀਸ਼ੂ ਦਾ ਨਵਾਂ ਨਾਮ ਹੈ, ਤਦ ਅਸੀਂ ਪਵਿੱਤਰ ਆਤਮਾ ਦੇ ਨਾਮ ਅਤੇ ਲਾੜੀ ਦੇ ਨਾਮ ਜੋ ਨਵੀਂ ਯਰੂਸ਼ਲਮ ਹੈ ਦੇ ਗਵਾਹਾਂ ਦੇ ਮਿਸ਼ਨ ਨੂੰ ਪੂਰਾ ਕਰ ਪਾਵਾਂਗੇ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 16 ਪੜ੍ਹੀਏ। ਮੈਂ ਯੀਸ਼ੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ। ਮੈਂ ਸਵੇਰ ਦਾ ਉਜਲ ਤਾਰਾ ਹਾਂ। ਆਤਮਾ ਅਤੇ ਲਾੜੀ ਆਖਦੀ ਹੈ। ਆਤਮਾ ਅਤੇ ਲਾੜੀ ਉਹ ਹਨ ਜਿਨ੍ਹਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਬਾਈਬਲ ਸਾਖੀ ਦਿੰਦੀ ਹੈ ਕਿ ਪਿਤਾ ਦਾ ਨਾਮ, ਪੁੱਤਰ ਦਾ ਨਾਮ ਅਤੇ ਪਵਿੱਤਰ ਆਤਮਾ ਦਾ ਨਾਮ ਹੈ। ਤਦ ਕਿਸ ਯੁੱਗ ਵਿੱਚ ਪਵਿੱਤਰ ਆਤਮਾ ਦਾ ਨਾਮ ਪ੍ਰਗਟ ਹੋਵੇਗਾ? ਪਵਿੱਤਰ ਆਤਮਾ ਦੇ ਯੁੱਗ ਵਿੱਚ। ਜਦ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਪੜ੍ਹੀਏ ਤਦ ਪਵਿੱਤਰ ਆਤਮਾ ਦੇ ਨਾਮ ਨੂੰ ਆਪਣਾ ਨਵਾਂ ਨਾਮ ਲਿਖਿਆ ਗਿਆ ਹੈ। ਉਹ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀ ਦਾਤੇ ਦਾ ਨਾਮ ਹੈ। ਬਾਅਦ ਵਿੱਚ ਲਾੜੀ ਪ੍ਰਗਟ ਹੁੰਦੀ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵਿੱਚ ਲਾੜੀ ਦੇ ਬਾਰੇ ਕੀ ਵਰਣਨ ਕੀਤਾ ਗਿਆ ਹੈ? ਲਾੜੀ ਨੂੰ ਨਵੀਂ ਯਰੂਸ਼ਲਮ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਲਾੜੀ ਦਾ ਜ਼ਿਕਰ ਪ੍ਰਕਾਸ਼ ਦੀ ਪੋਥੀ 21 ਅਤੇ 19 ਵਿੱਚ ਵੀ ਹੈ। ਜਦ ਅਸੀਂ ਇਹਨਾਂ ਵਚਨਾਂ ਨੂੰ ਇਕੱਠੇ ਜੋੜਦੇ ਹਾਂ ਤਦ ਅਸੀਂ ਸਮਝ ਸਕਦੇ ਹਾਂ ਕਿ ਨਵੀਂ ਯਰੂਸ਼ਲਮ ਦਾ ਨਾਮ ਲਾੜੀ ਦਾ ਨਾਮ ਹੈ। ਕੀ ਤੁਸੀਂ ਸਹਿਮਤ ਨਹੀਂ ਹੋ? ਆਤਮਾ ਅਤੇ ਲਾੜੀ ਆਖਦੀ ਹੈ ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਫਿਰ ਜਦ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਅਤੇ ਅਧਿਆਇ 22 ਵਿੱਚ ਲਿਖੀਆਂ ਇਹਨਾਂ ਦੋ ਭਵਿੱਖਬਾਣੀਆਂ ਨੂੰ ਦੇਖਦੇ ਹਾਂ ਤਦ ਇਸ ਯੁੱਗ ਵਿੱਚ ਅਸੀਂ ਕਿਸ ਦੇ ਗਵਾਹ ਹਾਂ? 2000 ਸਾਲ ਪਹਿਲੇ ਯੀਸ਼ੂ ਮਸੀਹ ਨੇ ਕਿਹਾ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਬਣੋ।
ਹੁਣ ਅਸੀਂ ਯੀਸ਼ੂ ਮਸੀਹ ਦੇ ਨਵੇਂ ਨਾਮ ਦਾ ਪ੍ਰਚਾਰ ਕਰ ਰਹੇ ਹਾਂ, ਜਿਸ ਨੂੰ ਪ੍ਰਕਾਸ਼ ਦੀ ਪੋਥੀ ਵਿੱਚ ਆਪਣਾ ਨਵਾਂ ਨਾਮ ਕਿਹਾ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਯੀਸ਼ੂ ਤੇ ਵਿਸ਼ਵਾਸ ਨਹੀਂ ਕਰਦੇ। ਉਹੀ ਯੀਸ਼ੂ ਫਿਰ ਤੋਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਅਨਸੰਗ ਜੀ ਦੇ ਨਾਮ ਨਾਲ ਇਸ ਧਰਤੀ ਉੱਤੇ ਆਏ। ਉਹ ਆਪਣੇ ਪਹਿਲੀ ਵਾਰ ਆਉਣ ਤੇ ਇਕੱਲੇ ਆਏ ਸੀ, ਪਰ ਉਹਨਾਂ ਨੂੰ ਆਪਣੇ ਦੂਸਰੀ ਵਾਰ ਆਉਣ ਤੇ ਲਾੜੀ ਦੇ ਨਾਲ ਆਉਣਾ ਚਾਹੀਦਾ ਹੈ। ਇਸ ਲਈ ਪਰਮੇਸ਼ਵਰ ਨੇ ਨਵੀਂ ਯਰੂਸ਼ਲਮ ਨਾਮ ਅਤੇ ਆਪਣਾ ਨਵਾਂ ਨਾਮ ਇਹਨਾਂ ਦੇ ਨਾਮਾਂ ਦਾ ਜ਼ਿਕਰ ਕੀਤਾ। ਫਿਰ ਆਓ ਅਸੀਂ ਨਵੀਂ ਯਰੂਸ਼ਲਮ ਦੇ ਬਾਰੇ ਥੋੜਾ ਹੋਰ ਅਧਿਐਨ ਕਰੀਏ ਅਤੇ ਸਮਝੀਏ ਕਿ ਇਸ ਪਰਬ ਸਵਰਗ ਜਾਣ ਦੇ ਦਿਨ ਦੇ ਅਰਥ ਨੂੰ ਪੂਰਾ ਕਰਨ ਦੇ ਲਈ ਇਸ ਯੁੱਗ ਵਿੱਚ ਸਾਨੂੰ ਕਿਸ ਦੇ ਗਵਾਹ ਬਣਨਾ ਚਾਹੀਦਾ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਦੇਖੀਏ। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜ ਦੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੇ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਉਸ ਨੇ ਕਿਹਾ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ, ਅਤੇ ਉਸ ਨੇ ਉਹਨੂੰ ਯਰੂਸ਼ਲਮ ਵਿਖਾਈ। ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵਿੱਚ ਪਰਮੇਸ਼ਵਰ ਨੇ ਕਿਹਾ, ਮੈਂ ਆਪਣੇ ਪਰਮੇਸ਼ਵਰ ਦਾ ਨਾਮ, ਆਪਣਾ ਨਵਾਂ ਨਾਮ ਅਤੇ ਨਵੀਂ ਯਰੂਸ਼ਲਮ ਦਾ ਨਾਮ ਲਿਖਾਵਾਂਗਾ। ਨਵੀਂ ਯਰੂਸ਼ਲਮ ਕੋਲ ਪੱਕਾ ਇੱਕ ਨਾਮ ਹੈ। ਜਿਸ ਤਰ੍ਹਾਂ ਯੀਸ਼ੂ ਮਸੀਹ ਦੇ ਇੱਕ ਨਵੇਂ ਨਾਮ ਨਾਲ ਪਵਿੱਤਰ ਆਤਮਾ ਇਸ ਧਰਤੀ ਉੱਤੇ ਆਉਂਦੇ ਹਨ, ਉਸੇ ਤਰ੍ਹਾਂ ਨਵੀਂ ਯਰੂਸ਼ਲਮ ਦਾ ਵੀ ਇੱਕ ਨਾਮ ਹੈ। ਕਿ ਸਾਨੂੰ ਉਹਨਾਂ ਦੇ ਨਾਮਾਂ ਨੂੰ ਨਹੀਂ ਜਾਣਨਾ ਚਾਹੀਦਾ? ਸਾਨੂੰ ਦ੍ਰਿੜਤਾ ਨਾਲ ਜਾਣਨਾ ਚਾਹੀਦਾ ਹੈ ਕਿ ਅਸੀਂ ਅੰਤਮ ਯੁੱਗ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ, ਜਦੋਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਇਸ ਧਰਤੀ ਉੱਤੇ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਉਂਦੇ ਹਨ ਅਤੇ ਮਨੁੱਖ ਜਾਤੀ ਨੂੰ ਬਚਾਉਣ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹਨ। ਸਾਨੂੰ ਉਹਨਾਂ ਦੇ ਗਵਾਹ ਹੋਣ ਅਤੇ ਉਹਨਾਂ ਦੀ ਗਵਾਹੀ ਦੇਣ ਦੀ ਵੀ ਲੋੜ ਹੈ, ਭਾਵੇਂ ਸਾਡੇ ਆਲੇ ਦੁਆਲੇ ਦੇ ਲੋਕ ਸੁਣਨ ਜਾਂ ਨਾ ਸੁਣਨ। 2000 ਸਾਲ ਪਹਿਲਾਂ ਜਦੋਂ ਰਸੂਲ ਪੌਲਸ ਯੀਸ਼ੂ ਉੱਤੇ ਵਿਸ਼ਵਾਸ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸੀ, ਤਦ ਅਚਾਨਕ ਇੱਕ ਭੁਚਾਲ ਆਇਆ ਜਿਸ ਨੇ ਜੇਲ੍ਹ ਦੀ ਨੀਂਹ ਹਿਲਾ ਦਿੱਤੀ। ਹਰ ਕਿਸੇ ਦੀਆਂ ਜੰਜੀਰਾਂ ਜਿਨ੍ਹਾਂ ਨਾਲ ਉਹ ਬੰਨੇ ਹੋਏ ਸੀ ਟੁੱਟ ਗਈਆਂ। ਦਰੋਗਾ ਹੈਰਾਨ ਰਹਿ ਗਿਆ ਅਤੇ ਉਸਨੇ ਜੇਲ੍ਹ ਦੇ ਬੂਹੇ ਖੁੱਲੇ ਦੇਖੇ। ਇਸ ਤਰ੍ਹਾਂ ਲੱਗਦਾ ਹੈ ਕਿ ਦਰੋਗਾ ਪਹਿਰਾ ਦਿੰਦੇ ਸਮੇਂ ਸੋ ਗਿਆ ਸੀ। ਉਸਨੇ ਸੋਚਿਆ ਉਹ ਸਾਰੇ ਕੈਦੀ ਭੱਜ ਗਏ ਹੋਣਗੇ। ਅਤੀਤ ਵਿੱਚ ਜੇਕਰ ਕੈਦੀ ਭੱਜ ਜਾਣ ਤਾਂ ਦਰੋਗਾ ਨੂੰ ਮਾਰ ਦਿੱਤਾ ਜਾਂਦਾ ਸੀ। ਇਸ ਕਰਕੇ ਇਹ ਜੀਵਨ ਲਈ ਖਤਰੇ ਦੇ ਹਾਲਾਤ ਸੀ। ਉਸਨੇ ਆਪਣੀ ਤਲਵਾਰ ਧੋਈ ਅਤੇ ਆਪ ਨੂੰ ਮਾਰਨ ਵਾਲਾ ਸੀ, ਕਿਉਂਕਿ ਉਸ ਨੂੰ ਲੱਗਿਆ ਕਿ ਕੈਦੀ ਭੱਜ ਗਏ ਹਨ। ਉਸ ਸਮੇਂ ਪੌਲਸ ਨੇ ਕਿਹਾ, ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਕਿਉਂ ਜੋ ਅਸੀਂ ਸਭ ਇੱਥੇ ਹੀ ਹਾਂ, ਸਾਡੇ ਵਿੱਚੋਂ ਕੋਈ ਵੀ ਨਹੀਂ ਭੱਜਿਆ ਹੈ, ਚਿੰਤਾ ਨਾ ਕਰ। ਪਰਮੇਸ਼ਵਰ ਦੇ ਇਸ ਮਹਾਨ ਭੇਤ ਨਾਲ ਭਰੇ ਕੰਮ ਦੁਆਰਾ ਦਰੋਗਾ ਨੂੰ ਪਤਾ ਲੱਗਿਆ ਕਿ ਰਸੂਲ ਪੌਲਸ ਇੱਕ ਸਧਾਰਨ ਵਿਅਕਤੀ ਨਹੀਂ ਸੀ ਅਤੇ ਉਸਨੇ ਪੌਲਸ ਨੂੰ ਪੁੱਛਿਆ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ? ਉਸ ਵੇਲੇ ਕਈ ਲੋਕਾਂ ਨੂੰ ਯੀਸ਼ੂ ਦੇ ਨਾਮ ਦਾ ਪ੍ਰਚਾਰ ਨਹੀਂ ਕੀਤਾ ਗਿਆ ਸੀ। ਲੋਕ ਯੀਸ਼ੂ ਨੂੰ ਸਿਰਫ ਇੱਕ ਤਰਖਾਣ ਦੇ ਪੁੱਤਰ ਦੇ ਰੂਪ ਵਿੱਚ ਅਤੇ ਈਸਾਈ ਧਰਮ ਨੂੰ ਇੱਕ ਅਜੀਬ ਧਰਮ ਦੇ ਰੂਪ ਵਿੱਚ ਵੇਖਦੇ ਸੀ, ਜੋ ਇੱਕ ਵਿਅਕਤੀ ਨੂੰ ਪਰਮੇਸ਼ਵਰ ਦੇ ਰੂਪ ਵਿੱਚ ਮੰਨਦਾ ਹੈ। ਜਿਵੇਂ ਕਿ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ ਗਿਆ ਸੀ, ਉਸ ਵੇਲੇ ਯੀਸ਼ੂ ਉੱਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਨਾਸਰੀਆਂ ਦੇ ਪੰਥ ਦੇ ਰੂਪ ਵਿੱਚ ਨਾਮ ਦਿੱਤਾ ਗਿਆ ਸੀ। ਜਦੋਂ ਦਰੋਗਾ ਨੇ ਰਸੂਲ ਪੌਲਸ ਨੂੰ ਪੁੱਛਿਆ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ, ਤਦ ਉਸਨੇ ਜਵਾਬ ਦਿੱਤਾ, ਪ੍ਰਭੂ ਯੀਸ਼ੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। ਉਹ ਅਜਿਹੇ ਹਾਲਾਤਾਂ ਵਿੱਚ ਨਹੀਂ ਸੀ ਜਿੱਥੇ ਰਸੂਲ ਪੌਲਸ ਬਾਈਬਲ ਨੂੰ ਖੋਲ ਸਕੇ ਅਤੇ ਉਤਪਤ 1 ਤੋਂ ਸ਼ੁਰੂ ਕਰਕੇ ਸਾਰੇ ਪਵਿੱਤਰ ਸ਼ਾਸਤਰ ਨੂੰ ਦਿਖਾ ਸਕੇ। ਜਦੋਂ ਅਸੀਂ ਇਸ ਬਾਰੇ ਬਾਈਬਲ ਦੇ ਰਿਕਾਰਡ ਵੇਖਦੇ ਹਾਂ ਕਿ ਦਰੋਗਾ ਨੇ ਯੀਸ਼ੂ ਮਸੀਹ ਨੂੰ ਕਿਵੇਂ ਸਵੀਕਾਰ ਕੀਤਾ, ਤੁਰੰਤ ਬਪਤਿਸਮਾ ਲਿਆ ਅਤੇ ਉਸ ਦੇ ਘਰਾਣੇ ਸਮੇਤ ਬਚਾਇਆ ਗਿਆ, ਫਿਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਪਰਮੇਸ਼ਵਰ ਨੇ ਇਹ ਕਿਉਂ ਕਿਹਾ ਕਿ ਉਹ ਇਸ ਯੁੱਗ ਵਿੱਚ ਆਪਣੀਆਂ ਸੰਤਾਨਾਂ ਨੂੰ ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਵਾਂ ਨਾਮ ਦੇਣਗੇ। ਸਾਰੇ ਲੋਕੋ, ਜੇਕਰ ਨਾਮ ਦਾ ਉਪਯੋਗ ਨਹੀਂ ਹੋਣਾ, ਤਦ ਕੀ ਨਾਮ ਦੇਣ ਦੀ ਜ਼ਰੂਰਤ ਹੈ? ਨਹੀਂ, ਉਸ ਦੀ ਜ਼ਰੂਰਤ ਨਹੀਂ ਹੈ। ਭਾਵੇਂ ਤੁਸੀਂ ਕਿਸੇ ਨੂੰ ਬੁਲਾਉਣਾ ਚਾਹੁੰਦੇ ਹੋ, ਪਰ ਜੇਕਰ ਉਸ ਦਾ ਨਾਮ ਨਾ ਹੋਵੇ ਤਦ ਇਹ ਕਿੰਨਾ ਅਸੁਵਿਧਾਜਨਕ ਹੋਵੇਗਾ। ਲਿਖਿਆ ਹੈ, ਕਾਸ਼ ਵਿੱਚ ਕੀ ਧਰਤੀ ਉੱਤੇ ਜਿਹੜੇ ਦਿਉਤੇ ਕਰਕੇ ਸਦਾਉਂਦੇ ਹਨ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਦ ਸਾਨੂੰ ਕਿਸ ਦੇ ਨਾਮ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਸੇ ਕਰਕੇ ਲੋਕ ਯੀਸ਼ੂ ਮਸੀਹ ਦੇ ਨਾਮ ਤੋਂ ਪ੍ਰਾਰਥਨਾ ਸਮਾਪਤ ਕਰਦੇ ਹਨ ਜਾਂ ਯਹੋਵਾ ਦੇ ਨਾਮ ਤੋਂ ਪ੍ਰਾਰਥਨਾ ਸਮਾਪਤ ਕਰਦੇ ਹਨ। ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਅਸੀਂ ਮਸੀਹ ਅਨਸਾਊ ਜੀ ਦੇ ਨਾਮ ਤੋਂ ਪ੍ਰਾਰਥਨਾ ਕਰਦੇ ਹਾਂ। ਕੀ ਇਹ ਇਸ ਲਈ ਨਹੀਂ ਹੈ ਕਿਉਂਕਿ ਅਸੀਂ ਮੁਕਤੀਦਾਤਾ ਦੇ ਨਾਮ ਤੋਂ, ਜੋ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਹਨ, ਆਪਣੀ ਪ੍ਰਾਰਥਨਾਵਾਂ ਨੂੰ ਸਮਾਪਤ ਕਰਨਾ ਚਾਹੀਦਾ ਹੈ? ਸਾਨੂੰ ਪੱਕੇ ਤੌਰ ਤੇ ਮੁਕਤੀਦਾਤਾ ਦੇ ਨਾਮ ਦੀ ਲੋੜ ਹੈ। ਇਸੇ ਕਰਕੇ ਬਾਈਬਲ ਗਵਾਹੀ ਦਿੰਦੀ ਹੈ, ਮੈਂ ਉਸ ਉੱਤੇ ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਵਾਂ ਨਾਮ ਲਿਖਾਵਾਂਗਾ। ਫਿਰ ਸਾਨੂੰ ਇਸ ਅੰਤਮ ਪਵਿੱਤਰ ਆਤਮਾ ਦੇ ਯੁੱਗ ਵਿੱਚ ਕਿਸ ਦੀ ਗਵਾਹੀ ਦੇਣੀ ਚਾਹੀਦੀ ਹੈ?
ਅੰਜੀਰ ਦੇ ਬਿਰਛ ਦੀ ਟਾਹਣੀ ਨਰਮ ਹੋਣ ਅਤੇ ਪੱਤੇ ਫੁੱਟਣ ਤੋਂ ਬਾਅਦ ਸ਼ੁਰੂ ਹੋਣ ਵਾਲੇ ਯੁੱਗ ਵਿੱਚ ਰਹਿਣ ਵਾਲੀ ਪੀੜ੍ਹੀ ਨੂੰ ਨਵੇਂ ਨਾਮ ਦੇ ਗਵਾਹ ਦੇ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ। ਆਓ ਅਸੀਂ ਇੱਕ ਵਾਰ ਦੁਬਾਰਾ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਦੇਖੀਏ। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੀ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਇੱਥੇ ਦੱਸੀ ਗਈ ਲਾੜੀ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੀ ਲਾੜੀ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਲਾੜੀ ਨੂੰ ਲੇਲੇ ਦੀ ਪਤਨੀ ਦੇ ਰੂਪ ਵਿੱਚ ਲਿਖਿਆ ਗਿਆ ਹੈ। ਫਿਰ ਕੁਦਰਤੀ ਰੂਪ ਤੋਂ ਆਤਮਾ ਲੇਲੇ ਨੂੰ ਦਰਸਾਉਂਦਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਵਿੱਚ ਲਿਖੇ ਗਏ ਲੇਲੇ ਅਤੇ ਲੇਲੇ ਦੀ ਪਤਨੀ ਨੂੰ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਆਤਮਾ ਤੇ ਲਾੜੀ ਦੇ ਰੂਪ ਵਿੱਚ ਦੱਸਿਆ ਗਿਆ ਹੈ। ਆਤਮਾ ਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਹੁਣ ਆਓ ਅਸੀਂ ਇਹ ਦੇਖਣ ਲਈ ਕਿ ਇਸ ਭਵਿੱਖਬਾਣੀ ਦੇ ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ। 22 ਵਚਨ 7 ਨੂੰ ਸੰਖੇਪ ਵਿੱਚ ਦੇਖੀਏ। ਵੇਖ, ਮੈਂ ਛੇਤੀ ਆਉਂਦਾ ਹਾਂ। ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ। ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ, ਇਸ ਦਾ ਮਤਲਬ ਕੀ ਹੈ? ਪਰਮੇਸ਼ਵਰ ਨੇ ਸਾਨੂੰ ਜੋ ਅਗੰਮ ਵਾਕ ਦਿੱਤੇ ਹਨ, ਉਹਨਾਂ ਦੇ ਅਨੁਸਾਰ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਅਤੇ ਮੁਕਤੀ ਪ੍ਰਾਪਤ ਕਰਨ ਲਈ ਕਿਸ ਦੇ ਕੋਲ ਜਾਣਾ ਚਾਹੀਦਾ ਹੈ? ਭਾਵੇਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ 2000 ਸਾਲ ਪਹਿਲਾਂ ਲਿਖੀ ਗਈ ਸੀ, ਪਰ ਇਹ ਉਸ ਸਮੇਂ ਦੇ ਬਾਰੇ ਨਹੀਂ, ਪਰ ਇਸ ਯੁੱਗ ਦੇ ਬਾਰੇ ਅਗੰਮ ਵਾਕ ਹੈ। ਸਾਨੂੰ ਆਤਮਾ ਅਤੇ ਲਾੜੀ ਦੀ ਭਾਲ ਕਰਨੀ ਚਾਹੀਦੀ ਹੈ। ਅਸੀਂ ਸਪਸ਼ਟ ਰੂਪ ਨਾਲ ਦੇਖ ਸਕਦੇ ਹਾਂ ਕਿ ਲਾੜੀ ਲੇਲੇ ਦੀ ਪਤਨੀ ਹੈ ਅਤੇ ਆਤਮਾ ਲੇਲਾ ਹੈ। ਕਿਉਂਕਿ ਆਤਮਾ ਉਹ ਲੇਲਾ ਹੈ ਜੋ ਦੂਸਰੀ ਵਾਰ ਆਉਣਗੇ। ਫਿਰ ਸਾਨੂੰ ਲੇਲੇ ਦਾ ਨਾਮ ਅਤੇ ਲੇਲੇ ਦੀ ਪਤਨੀ ਦਾ ਨਾਮ ਜਾਣਨਾ ਚਾਹੀਦਾ ਹੈ ਕਿ ਇਸ ਲਈ ਪਰਮੇਸ਼ਵਰ ਨੇ ਨਹੀਂ ਕਿਹਾ, ਮੈਂ ਉਸ ਉੱਤੇ ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਵਾਂ ਨਾਮ ਲਿਖਾਵਾਂਗਾ। ਫਿਰ ਕੀ ਸਾਨੂੰ ਭਵਿੱਖਬਾਣੀ ਦੇ ਅਨੁਸਾਰ ਕਦਮ ਮਿਲਾਉਣ ਲਈ ਆਤਮਾ ਅਤੇ ਲਾੜੀ ਉੱਤੇ ਪੱਕਾ ਵਿਸ਼ਵਾਸ ਕਰਨਾ ਚਾਹੀਦਾ ਹੈ ਜਾਂ ਨਹੀਂ? ਸਾਨੂੰ ਕਰਨਾ ਚਾਹੀਦਾ ਹੈ। ਇਹ ਸਾਰੇ ਪਰਮੇਸ਼ਵਰ ਦੀ ਭਵਿੱਖਬਾਣੀ ਦੇ ਵਚਨ ਹਨ। ਜੇਕਰ ਅਸੀਂ ਭਵਿੱਖਬਾਣੀ ਦੇ ਇਹਨਾਂ ਵਚਨਾਂ ਦੀ ਪਾਲਣਾ ਕਰਨਾ ਚਾਹੁੰਦੇ ਹਾਂ, ਤਦ ਸਾਨੂੰ ਆਤਮਾ ਤੇ ਲਾੜੀ ਉੱਤੇ ਸੰਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ। ਆਓ ਅਸੀਂ ਭਵਿੱਖਬਾਣੀ ਦੇ ਵਚਨਾਂ ਨਾਲ ਕਦਮ ਮਿਲਾਉਣ ਲਈ ਆਤਮਾ ਤੇ ਲਾੜੀ ਦੇ ਬਾਰੇ ਬਾਈਬਲ ਦੇ ਕੁਝ ਹੋਰ ਦ੍ਰਿਸ਼ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਯਸ਼ਾਇਆ ਅਧਿਆਇ 62 ਵਚਨ 6 ਪੜ੍ਹੀਏ। ਅਧਿਆਇ 62 ਵਚਨ 6। ਇੱਥੇ ਪਰਮੇਸ਼ਵਰ ਯਰੂਸ਼ਲਮ ਦੀ ਗੱਲ ਕਰ ਰਹੇ ਹਨ। ਪਹਿਲਾਂ ਜੋ ਵਚਨ ਅਸੀਂ ਪੜ੍ਹੇ ਉਸ ਦੇ ਅਨੁਸਾਰ ਯਰੂਸ਼ਲਮ ਕੌਣ ਹੈ? ਕਿ ਉਹ ਲੇਲੇ ਦੀ ਪਤਨੀ ਲਾੜੀ ਨਹੀਂ ਹੈ, ਉਹ ਯਰੂਸ਼ਲਮ ਲੇਲੇ ਦੀ ਪਤਨੀ ਲਾੜੀ ਹੈ। ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ। ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ। ਤੁਸੀਂ ਜਿਹੜੇ ਯਹੋਵਾ ਦਾ ਜ਼ਿਕਰ ਕਰਦੇ ਹੋ, ਆਰਾਮ ਨਾ ਕਰੋ ਅਤੇ ਉਹਨੂੰ ਆਰਾਮ ਨਾ ਕਰਨ ਦਿਓ ਜਦ ਤੱਕ ਉਹ ਯਰੂਸ਼ਲਮ ਨੂੰ ਕੀ ਨਾ ਕਰੇ। ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ। ਬਾਈਬਲ ਗਵਾਹੀ ਦਿੰਦੀ ਹੈ, ਧੰਨ ਹੈ ਉਹ ਜੋ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ। ਫਿਰ ਕੀ ਸਾਨੂੰ ਸਵਰਗੀ ਸੰਤਾਨਾਂ ਨੂੰ ਇਸ ਯੁੱਗ ਵਿੱਚ ਯਰੂਸ਼ਲਮ ਦੀ ਕੰਧਾਂ ਉੱਤੇ ਨਿਯੁਕਤ ਕੀਤੇ ਗਏ ਰਾਖਿਆਂ ਦੇ ਰੂਪ ਵਿੱਚ ਆਤਮਾ ਤੇ ਲਾੜੀ ਦੇ ਗਵਾਹਾਂ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ? ਇਸ ਲਈ 2000 ਸਾਲ ਪਹਿਲਾਂ, ਕਿਉਂਕਿ ਯੀਸ਼ੂ ਸਵਰਗ ਜਾਣ ਦੇ ਦਿਨ ਉੱਤੇ ਜੈਤੂਨ ਦੇ ਪਹਾੜ ਤੋਂ ਸਵਰਗ ਜਾ ਰਹੇ ਸੀ, ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੇਰੇ ਗਵਾਹ ਬਣੋ, ਕਿਉਂਕਿ ਉਹ ਪੁੱਤਰ ਦਾ ਯੁੱਗ ਸੀ। ਉਹੀ ਯੀਸ਼ੂ ਦੁਬਾਰਾ ਇਸ ਧਰਤੀ ਉੱਤੇ ਆਏ। ਇਸ ਯੁੱਗ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ ਦੇ ਗਵਾਹ ਬਣਨ ਲਈ ਸਾਨੂੰ ਕਿਸ ਦੀ ਗਵਾਹੀ ਦੇਣੀ ਚਾਹੀਦੀ ਹੈ? ਸਾਨੂੰ ਮਸੀਹ ਅਨਸੰਘੂ ਦੀ ਗਵਾਹੀ ਦੇਣੀ ਚਾਹੀਦੀ ਹੈ, ਜੋ ਯੀਸ਼ੂ ਹਨ, ਜੋ ਇਸ ਧਰਤੀ ਉੱਤੇ ਦੂਸਰੀ ਵਾਰ ਆਏ। ਭਵਿੱਖਬਾਣੀਆਂ ਨਾਲ ਕਦਮ ਮਿਲਾ ਕੇ ਚੱਲਣ ਲਈ ਸਾਨੂੰ ਮਸੀਹ ਅਨਸੰਘੂ ਜੀ ਦੇ ਨਾਲ ਆਤਮਾ ਦੀ ਲਾੜੀ ਸਵਰਗੀ ਮਾਤਾ ਜੀ ਦੇ ਬਾਰੇ ਵੀ ਗਵਾਹੀ ਦੇਣੀ ਚਾਹੀਦੀ ਹੈ। ਜਦ ਲੋਕ ਪਿਤਾ ਅਤੇ ਮਾਤਾ ਜੀ ਦੇ ਬਾਰੇ ਸਿੱਖਦੇ ਹਨ, ਤਦ ਉਹ ਪਿਤਾ ਅਤੇ ਮਾਤਾ ਜੀ ਦੇ ਕੋਲ ਆ ਸਕਦੇ ਹਨ। ਜਦੋਂ ਆਤਮਾ ਅਤੇ ਲਾੜੀ ਕਹਿੰਦੇ ਹਨ ਆਓ, ਤਦ ਸਾਨੂੰ ਹੁਕਮ ਦਾ ਪਾਲਨ ਕਰਨ ਲਈ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਨਾ? ਅਦਨ ਦੇ ਬਾਗ ਵਿੱਚ ਪਰਮੇਸ਼ਵਰ ਨੇ ਹੁਕਮ ਦਿੱਤਾ ਨਾ ਖਾਣਾ, ਅਤੇ 2000 ਸਾਲ ਪਹਿਲਾਂ ਪਰਮੇਸ਼ਵਰ ਨੇ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਹੁਕਮ ਦਿੱਤਾ, ਪਸਾਹ ਦੀ ਰੋਟੀ ਅਤੇ ਦਾਖਰਸ ਖਾਓ ਅਤੇ ਪੀਓ। ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਅੰਤਿਮ ਯੁੱਗ ਵਿੱਚ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ, ਸਾਡੇ ਕੋਲ ਆਓ।
ਇਸ ਹੁਕਮ ਦੀ ਆਗਿਆਕਾਰੀਤਾ ਵਿੱਚ ਅਸੀਂ ਪਿਤਾ ਅਤੇ ਮਾਤਾ ਜੀ ਦੇ ਕੋਲ ਆਉਣ ਦੀ ਮਹਾਨ ਆਸ਼ੀਸ਼ ਪ੍ਰਾਪਤ ਕਰ ਸਕਦੇ ਹਾਂ ਅਤੇ ਇਸ ਸਵਰਗ ਜਾਣ ਦੇ ਦਿਨ ਦੇ ਦੁਆਰਾ ਭਵਿੱਖਬਾਣੀ ਦੇ ਵਚਨਾਂ ਦੇ ਨਾਲ ਕਦਮ ਮਿਲਾ ਕੇ ਚੱਲ ਸਕਦੇ ਹਾਂ। ਯਸ਼ਾਇਆ ਅਧਿਆਇ 62 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਯਰੂਸ਼ਲਮ ਦੀ ਸਥਾਪਨਾ ਕੀਤੀ ਤਾਂ ਜੋ ਪੂਰੀ ਦੁਨੀਆ ਉਹਨਾਂ ਦੀ ਪ੍ਰਸ਼ੰਸਾ ਕਰੇ। ਇਸ ਭਵਿੱਖਬਾਣੀ ਦੀ ਪੂਰਤੀ ਵਿੱਚ ਭਾਗ ਲੈਣ ਲਈ ਪਰਮੇਸ਼ਵਰ ਨੇ ਸਾਨੂੰ ਯਰੂਸ਼ਲਮ ਦੀਆਂ ਕੰਧਾਂ ਉੱਤੇ ਰਾਖੇ ਬਣਨ ਅਤੇ ਚੁੱਪ ਨਾ ਰਹਿਣ ਲਈ ਕਿਹਾ ਹੈ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਯਰੂਸ਼ਲਮ ਦਾ ਪ੍ਰਚਾਰ ਕਰੀਏ ਅਤੇ ਉਹਨਾਂ ਦੇ ਗਵਾਹ ਬਣੀਏ। ਆਓ ਅਸੀਂ ਯਸ਼ਾਇਆ ਅਧਿਆਇ 60 ਵਚਨ 1 ਪੜ੍ਹੀਏ। ਉੱਠ ਚਮਕ, ਤੇਰਾ ਚਾਨਣ ਜੋ ਆ ਗਿਆ ਹੈ। ਇੱਥੇ ਤੇਰਾ ਚਾਨਣ ਦਾ ਅਰਥ ਹੈ ਯਰੂਸ਼ਲਮ ਦਾ ਚਾਨਣ ਅਤੇ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਵੇਖੋ ਤਾਂ ਹਨੇਰਾ ਧਰਤੀ ਨੂੰ ਢੱਕ ਲਵੇਗਾ ਅਤੇ ਉਮਤਾਂ ਨੂੰ ਘਟਾ, ਪਰ ਯਹੋਵਾ ਤੇਰੇ ਉੱਤੇ ਚਮਕੇਗਾ ਅਤੇ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ ਅਤੇ ਰਾਜੇ ਤੇਰੇ ਚੜਾਓ ਦੀ ਚਮਕਾਹਟ ਵੱਲ। ਜੇਕਰ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਸਾਨੂੰ ਇਸ ਭਵਿੱਖਬਾਣੀ ਦੇ ਅਨੁਸਾਰ ਕੀ ਕਰਨਾ ਚਾਹੀਦਾ ਹੈ? ਸਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਆਓ ਅਸੀਂ ਵਚਨ 8 ਉੱਤੇ ਜਾਈਏ। ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੂਕਾਂ ਨੂੰ? ਸੱਚਮੁੱਚ ਟਾਪੂ ਮੇਰੀ ਉਡੀਕ ਕਰਨਗੇ, ਨਾਲੇ ਪਹਿਲਾਂ ਤਰਸ਼ੀਸ਼ ਦੇ ਜਹਾਜ਼। ਭਈ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸਣੇ ਦੂਰੋਂ ਲਿਆਉਣ, ਯਹੋਵਾ ਤੇਰੇ ਪਰਮੇਸ਼ਵਰ ਦੇ ਨਾਮ ਲਈ ਅਤੇ ਇਜ਼ਰਾਈਲ ਦੇ ਪਵਿੱਤਰ ਪੁਰਖ ਲਈ, ਕਿਉਂ ਜੋ ਉਸ ਤੈਨੂੰ ਸਜਾਇਆ ਹੈ। ਆਓ ਅਸੀਂ ਇਹ ਵੀ ਦੇਖੀਏ ਕਿ ਵਚਨ 12 ਵਿੱਚ ਕੀ ਭਵਿੱਖਬਾਣੀ ਕੀਤੀ ਗਈ ਹੈ। ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ ਉਹ ਕੀ ਹੋ ਜਾਣਗੇ? ਉਹ ਨਾਸ ਹੋ ਜਾਵੇਗਾ। ਜੇਕਰ ਲੋਕ ਸਵਰਗੀ ਯਰੂਸ਼ਲਮ ਮਾਤਾ ਦੀ ਸੱਚਾਈ ਨਹੀਂ ਜਾਣਦੇ ਜਾਂ ਉਹਨਾਂ ਦਾ ਡਰ ਨਹੀਂ ਮੰਨਦੇ ਜਾਂ ਨਵੀਂ ਯਰੂਸ਼ਲਮ ਜੀ ਦੇ ਨਾਮ ਦੀ ਹੋਂਦ ਨੂੰ ਨਹੀਂ ਜਾਣਦੇ, ਤਦ ਲੋਕ ਆਪਣੀ ਅਗਿਆਨਤਾ ਦੇ ਕਰਕੇ ਨਾਸ ਹੋ ਜਾਣਗੇ। ਜਿਵੇਂ ਕਿ ਲਿਖਿਆ ਹੈ, ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ ਉਹ ਨਾਸ ਹੋ ਜਾਵੇਗਾ। ਆਓ ਅਸੀਂ 60 ਵਚਨ 20 ਉੱਤੇ ਜਾਈਏ। ਤੇਰਾ ਸੂਰਜ ਫਿਰ ਨਹੀਂ ਲੱਥੇਗਾ, ਨਾ ਤੇਰਾ ਚੰਦ ਮਿਟ ਜਾਵੇਗਾ। ਯਹੋਵਾ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ। ਕੀ ਇਸ ਦਾ ਮਤਲਬ ਇਹ ਹੈ ਕਿ ਯਰੂਸ਼ਲਮ ਮਾਤਾ ਜੀ ਦੇ ਜੀਵਨ ਵਿੱਚ ਸੋਗ ਦੇ ਦਿਨ ਹੋਣਗੇ ਜਾਂ ਸੋਗ ਦੇ ਦਿਨਾਂ ਵਰਗੀ ਕੋਈ ਗੱਲ ਨਹੀਂ ਹੋਵੇਗੀ? ਕਿਉਂਕਿ ਉਹ ਆਪਣੀ ਸ਼ਕਤੀ ਅਤੇ ਅਧਿਕਾਰ ਨਾਲ ਸਭ ਕੁਝ ਕਰਦੇ ਹਨ। ਉਹਨਾਂ ਦਾ ਜੀਵਨ ਸੋਗ ਨਾਲ ਭਰਿਆ ਹੋਇਆ ਹੈ ਕਿਉਂਕਿ ਉਹ ਆਪਣੀਆਂ ਸੰਤਾਨਾਂ ਕਰਕੇ ਦਰਦ ਅਤੇ ਦੁੱਖ ਵਿੱਚੋਂ ਲੰਘਦੇ ਹਨ ਅਤੇ ਉਹ ਬਹੁਤ ਵਿਅਥਾ ਵਿੱਚ ਹਨ ਕਿਉਂਕਿ ਸੰਸਾਰ ਦੇ ਲੋਕ ਉਹਨਾਂ ਦੀਆਂ ਸੰਤਾਨਾਂ ਦੀ ਨਿੰਦਾ ਕਰਦੇ ਅਤੇ ਰੁਕਾਵਟ ਪਾਉਂਦੇ ਹਨ। ਕਿਉਂਕਿ ਉਹ ਦੁੱਖ, ਵਿਅਥਾ ਅਤੇ ਦਰਦ ਝੇਲਦੇ ਹਨ, ਫਿਰ ਬਾਈਬਲ ਉਹਨਾਂ ਦੇ ਜੀਵਨ ਨੂੰ ਤੇਰੇ ਸੋਗ ਦੇ ਦਿਨ ਦੇ ਰੂਪ ਵਿੱਚ ਵਰਣਨ ਕਰਦੀ ਹੈ। ਪਰ ਜਿਸ ਦਿਨ ਉਹਨਾਂ ਦਾ ਸੋਗ ਮੁੱਕ ਜਾਵੇਗਾ ਉਹ ਪੱਕਾ ਆਉਣਗੇ। ਇਸ ਦਿਨ ਦੇ ਜਲਦੀ ਆਉਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਯਰੂਸ਼ਲਮ ਦੀ ਸੰਤਾਨ ਹੋਣ ਲਈ ਕਹਿਣਾ ਚਾਹੁੰਦਾ ਹਾਂ, ਜੋ ਇਸ ਭਵਿੱਖਬਾਣੀ ਨੂੰ ਸਮਝਦੀ ਹੈ ਅਤੇ ਉਹਨਾਂ ਦੇ ਸੋਗ ਅਤੇ ਉਹਨਾਂ ਦੀ ਖੁਸ਼ੀ ਵਿੱਚ ਭਾਗ ਲੈਂਦੀ ਹੈ। ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜੋ ਲੋਕ ਭਵਿੱਖਬਾਣੀ ਦੀਆਂ ਗੱਲਾਂ ਮੰਨਦੇ ਹਨ ਉਹ ਧਨ ਹਨ। ਆਓ ਅਸੀਂ ਵਚਨ 21 ਦੇਖੀਏ। ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵਸ ਵਿੱਚ ਰੱਖਣਗੇ। ਮੇਰੀ ਲਾਈ ਹੋਈ ਲਗਰ, ਮੇਰੇ ਹੱਥਾਂ ਦਾ ਕੰਮ, ਭਈ ਮੈਂ ਸਜਾਇਆ ਜਾਵਾਂ। ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ। ਮੈਂ ਯਹੋਵਾ ਵੇਲੇ ਸਿਰ ਇਹਨੂੰ ਛੇਤੀ ਕਰਾਂਗਾ। ਸਾਨੂੰ ਇਹ ਵਿਸ਼ਵਾਸ ਕਰਦੇ ਹੋਏ ਕਿ ਭਵਿੱਖਬਾਣੀਆਂ ਦੇ ਇਹ ਵਚਨ ਯਕੀਨਨ ਰੂਪ ਨਾਲ ਪੂਰੇ ਹੋਣਗੇ, ਦੁੱਖ ਦੇ ਇਸ ਬਲੀਦਾਨ ਭਰੇ ਰਾਹ ਦਾ ਪਾਲਨ ਕਰਨਾ ਚਾਹੀਦਾ ਹੈ। ਸਾਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਨਵੀਂ ਯਰੂਸ਼ਲਮ ਦਾ ਇੱਕ ਨਾਮ ਹੈ। ਸਾਨੂੰ ਉਹਨਾਂ ਨੂੰ ਇਹ ਵੀ ਜਾਣਨ ਦੇਣਾ ਚਾਹੀਦਾ ਹੈ ਕਿ ਨਵੀਂ ਯਰੂਸ਼ਲਮ ਲੇਲੇ ਦੀ ਲਾੜੀ ਹੈ। ਸਾਨੂੰ ਉਹਨਾਂ ਨੂੰ ਇਹ ਜਾਣਨ ਦੇਣਾ ਚਾਹੀਦਾ ਹੈ ਕਿ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇਸ ਸਵਰਗ ਜਾਣ ਦੇ ਦਿਨ ਉੱਤੇ ਸਾਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਆਤਮਾ ਤੇ ਲਾੜੀ ਜਿਨ੍ਹਾਂ ਦੇ ਸਾਨੂੰ ਗਵਾਹ ਹੋਣਾ ਚਾਹੀਦਾ ਹੈ ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹੈ। ਹੁਣ ਵੀ ਕਈ ਦੁਖੀ ਆਤਮਾਵਾਂ ਹਨ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੀਆਂ। ਆਓ ਅਸੀਂ ਉਹਨਾਂ ਸਾਰੀਆਂ ਆਤਮਾਵਾਂ ਨੂੰ ਪਸਾਹ ਦੀ ਸੱਚਾਈ ਦਾ ਅਤੇ ਪਿਤਾ ਜੀ ਅਤੇ ਮਾਤਾ ਜੀ ਦਾ ਪ੍ਰਚਾਰ ਕਰੀਏ। ਅਜਿਹਾ ਕਰਕੇ ਆਓ ਅਸੀਂ ਸਵਰਗੀ ਸੰਤਾਨ ਬਣੀਏ ਜੋ ਇਸ ਸੰਸਾਰ ਦੇ ਲੋਕਾਂ ਨੂੰ ਮੁਕਤੀ ਦੇ ਰਾਹ ਦੀ ਘੋਸ਼ਣਾ ਕਰਦੀ ਹੈ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।